ਅਸੀਂ ਪਿਛਲੇ 2 ਹਫ਼ਤਿਆਂ ਵਿੱਚ ਦੇਖਿਆ ਕਿਵੇਂ ਪ੍ਰਭੂ ਪਤੀਆਂ ਅਤੇ ਪਤਨੀਆਂ ਨੂੰ ਹਿਦਾਇਤ ਦਿੰਦਾ ਹੈ ਅਤੇ ਪੌਲੁਸ ਗੱਲ ਕਰਦਾ ਹੈ ਕਿ ਕਿਵੇਂ ਪਤੀਆਂ ਨੂੰ ਆਪਣੀਆਂ ਪਤਨੀਆਂ ਆਪਣੀ ਵਾਈਫ ਦੇ ਨਾਲ ਪ੍ਰੇਮ ਰੱਖਣ ਦੀ ਲੋੜ ਹੈ ਅਤੇ ਉਹਨਾਂ ਦਾ ਸਤਿਕਾਰ ਕਰਨ ਦੀ ਲੋੜ ਹੈ, ਚੰਗਾ ਉਹਨਾਂ ਨਾਲ ਸਨਮਾਨ ਦੇ ਨਾਲ ਪੇਸ਼ ਆਉਣਾ। ਅਤੇ ਉਵੇਂ ਹੀ ਪਤਨੀਆਂ ਦਾ ਵੀ ਫਰਜ਼ ਹੈ ਕਿ ਉਹ ਆਪਣੇ ਪਤੀਆਂ ਦੀ ਆਦਰ ਕਰਨ, ਉਹਨਾਂ ਦਾ ਆਦਰ ਕਰਨ, ਰਿਸਪੈਕਟ ਦੇਣ। ਅਤੇ ਕਿਉਂਕਿ ਇਹ ਜਿਹੜੀ ਇੱਕ ਰਿਲੇਸ਼ਨਸ਼ਿਪ ਹੈ, ਇਹ ਸਭ ਤੋਂ ਵੱਡੀ ਰਿਲੇਸ਼ਨਸ਼ਿਪ ਹੈ ਇਸ ਦੁਨੀਆ ਦੀ। ਹਸਬੈਂਡ ਅਤੇ ਵਾਈਫ ਦਾ ਇੱਕ ਜੋ ਰਿਸ਼ਤਾ ਹੁੰਦਾ ਹੈ ਉਹ ਸਭ ਤੋਂ ਵੱਡਾ ਹੁੰਦਾ ਹੈ। ਅਤੇ ਅੱਜ ਅਸੀਂ ਗੱਲ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਰਿਸ਼ਤੇ ਬਾਰੇ। ਪ੍ਰਭੂ ਦਾ ਰਿਸ਼ਤਾ ਉਸ ਦੀ ਕਲੀਸਿਆ ਨਾਲ, ਜਿਵੇਂ ਪੌਲੁਸ ਕਹਿੰਦਾ ਹੈ ਕਿ ਜਿਵੇਂ ਮਸੀਹ ਨੇ ਆਪਣੀ ਕਲੀਸਿਆ ਨਾਲ ਪ੍ਰੇਮ ਕੀਤਾ, ਉਵੇਂ ਹੀ ਪਤੀ ਆਪਣੀ ਪਤਨੀਆਂ ਨਾਲ ਪ੍ਰੇਮ ਰੱਖਣ। ਅਤੇ ਜਿਸ ਤਰ੍ਹਾਂ ਕਲੀਸਿਆ ਪ੍ਰਭੂ ਦਾ ਆਦਰ ਕਰਦੀ ਹੈ ਅਤੇ ਕਲੀਸਿਆ ਪ੍ਰਭੂ ਦੀ ਗੱਲ ਨੂੰ ਸੁਣਦੀ ਹੈ, ਉਸੇ ਤਰ੍ਹਾਂ ਪਤਨੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਹਸਬੈਂਡ ਦੀ ਗੱਲ ਸੁਣਨ। ਅੱਜ ਦਾ ਜੋ ਮੁੱਦਾ ਹੈ, ਅੱਜ ਦਾ ਜੋ ਟੌਪਿਕ ਹੈ, ਉਹ ਇਹ ਹੈ ਕਿ ਇੱਕ ਕਲੀਸਿਆ ਕਿਵੇਂ ਪ੍ਰਭੂ ਨੂੰ ਮਹਿਮਾ ਦਿੰਦੀ ਹੈ। ਇੱਕ ਕਲੀਸਿਆ ਜਾਂ ਚਰਚ ਦੇ ਲੋਕ ਉਹ ਕਿਵੇਂ ਪ੍ਰਭੂ ਨੂੰ ਮਹਿਮਾ ਦਿੰਦੇ ਹਨ। ਅਤੇ ਗੱਲ ਕਰਦੇ ਹਾਂ ਇੰਗਲਿਸ਼ ਵਿੱਚ ਕ੍ਰਾਈਸਟ ਸੈਂਟਰਡ ਚਰਚ। ਵੀ ਇੱਕ ਜੋ ਕਲੀਸਿਆ ਹੈ ਉਸ ਦਾ ਇੱਕ ਕਰਤੱਵ ਹੁੰਦਾ ਹੈ ਕਿ ਉਹ ਪ੍ਰਭੂ ਦੇ ਆਲੇ ਦੁਆਲੇ ਘੁੰਮੇ, ਕਿ ਉਹ ਪ੍ਰਭੂ ਨੂੰ ਸੈਂਟਰ ਵਿੱਚ ਰੱਖ ਕੇ ਪ੍ਰਭੂ ਦੀ ਹਰ ਇੱਕ ਗੱਲ ਨੂੰ ਮੰਨ ਕੇ ਚੱਲੇ। ਜਿਵੇਂ ਕਿ ਸੂਰਜ ਦੇ ਆਲੇ ਦੁਆਲੇ ਸਾਰੇ ਪਲੈਨਟਸ ਜਿਹੜੇ ਹੁੰਦੇ ਹਨ, ਜਿਹੜੇ ਗ੍ਰਹਿ ਹੁੰਦੇ ਹਨ, ਉਹ ਘੁੰਮਦੇ ਹਨ, ਉਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਵੀ ਪ੍ਰਭੂ ਦੇ ਆਲੇ ਦੁਆਲੇ ਘੁੰਮਣ। ਜਿਵੇਂ ਇੱਕ ਸੂਰਜ ਆਪਣੀ ਰੌਸ਼ਨੀ ਨਾਲ ਪ੍ਰਿਥਵੀ ਉੱਤੇ ਇੱਕ ਜੀਵਨ ਲੈ ਕੇ ਆਉਂਦਾ ਹੈ। ਸੂਰਜ ਦੀ ਰੌਸ਼ਨੀ ਨਾਲ ਪੇੜ ਉੱਗਦੇ ਹਨ, ਆਕਸੀਜਨ ਮਿਲਦੀ ਹੈ ਅਤੇ ਦਿਨ ਰਾਤ ਹੁੰਦੇ ਹਨ ਅਤੇ ਗਰਮੀ ਹੁੰਦੀ ਹੈ ਜਾਂ ਘੱਟ ਗਰਮੀ ਹੁੰਦੀ ਹੈ, ਸਰਦੀ ਹੋ ਜਾਂਦੀ ਹੈ। ਪੁਆਇੰਟ ਇਹ ਹੈ ਕਿ ਸੂਰਜ ਜੋ ਹੁੰਦਾ ਹੈ ਉਹ ਇੱਕ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਇੱਕ ਅੰਗ ਹੁੰਦਾ ਹੈ, ਕਿਉਂਕਿ ਸੂਰਜ ਦੇ ਦੁਆਰਾ ਹੀ ਧਰਤੀ ਉੱਤੇ ਕਿੰਨੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜਿਸ ਦੀ ਜ਼ਿੰਦਗੀ ਵਿੱਚ ਪ੍ਰਭੂ ਯਿਸੂ ਮਸੀਹ ਹੁੰਦਾ ਹੈ, ਪ੍ਰਭੂ ਯਿਸੂ ਮਸੀਹ ਉਹਨਾਂ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਫਲ ਲੈ ਕੇ ਆਉਂਦਾ ਹੈ। ਪ੍ਰਭੂ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਇੱਕ ਚੰਗਾਪਣ ਲੈ ਕੇ ਆਉਂਦਾ ਹੈ ਅਤੇ ਉਹ ਜੀਵਨ ਦੇ ਵਿੱਚ ਚੱਲਣ ਲਈ ਸਾਡੇ ਲਈ ਬਹੁਤ ਹੀ ਇੱਕ ਲਾਭਦਾਇਕ ਚੀਜ਼ ਹੁੰਦੀ ਹੈ। ਜੋ ਪ੍ਰਭੂ ਯਿਸੂ ਮਸੀਹ ਹੈ ਉਹ ਆਪਣੇ ਪ੍ਰਤਾਪ ਨਾਲ ਸਾਡੀ ਜ਼ਿੰਦਗੀਆਂ ਨੂੰ ਢਾਲਦਾ ਹੈ ਅਤੇ ਸਾਨੂੰ ਸਿਖਾਉਂਦਾ ਹੈ ਤਾਂ ਕਿ ਅਸੀਂ ਜ਼ਿੰਦਗੀ ਦੇ ਰਾਹਾਂ ਉੱਤੇ ਚੱਲ ਸਕੀਏ, ਜੋ ਕਿ ਮਸੀਹੀ ਜ਼ਿੰਦਗੀ ਹੈ। ਇੱਕ ਚੰਗੀ ਜ਼ਿੰਦਗੀ ਜਿਹੜੀ ਹੈ, ਅਸੀਂ ਉਹਦੇ ਵਿੱਚ ਪ੍ਰਭੂ ਨਾਲ ਚੱਲ ਸਕੀਏ। ਅਤੇ ਜਿਵੇਂ ਸਾਨੂੰ ਸੂਰਜ ਦੀ ਲੋੜ ਹੈ ਤਾਂ ਕਿ ਸਾਨੂੰ ਆਕਸੀਜਨ ਮਿਲ ਸਕੇ, ਚੰਗੀ ਧੁੱਪ ਮਿਲ ਸਕੇ, ਇਹਨਾਂ ਨਾਲ ਸਾਡਾ ਇੱਕ ਜੀਵਨ ਚੱਲਦਾ ਹੈ, ਉਸੇ ਤਰ੍ਹਾਂ ਆਤਮਿਕ ਤੌਰ 'ਤੇ ਪ੍ਰਭੂ ਯਿਸੂ ਮਸੀਹ ਸਾਡੇ ਜੀਵਨ ਦਾ ਸੂਰਜ ਹੈ, ਉਹ ਸਾਡੇ ਜੀਵਨ ਦਾ ਚਾਨਣ ਹੈ। ਅਤੇ ਪ੍ਰਭੂ ਯਿਸੂ ਮਸੀਹ ਖੁਦ ਆਪ ਕਹਿੰਦਾ ਹੈ ਕਿ ਜੀਵਨ ਦਾ ਚਾਨਣ ਮੈਂ ਹਾਂ ਅਤੇ ਜੋ ਕੋਈ ਮੇਰੇ ਪਿੱਛੇ ਚੱਲਦਾ ਹੈ ਉਹ ਕਦੀ ਵੀ ਹਨੇਰੇ ਵਿੱਚ ਨਹੀਂ ਚੱਲੇਗਾ। ਇਹ ਅਸੀਂ ਪੜ੍ਹਦੇ ਹਾਂ यूहन्ना ਦੀ ਇੰਜੀਲ ਉਸ ਦਾ 8 ਅਧਿਆਇ ਅਤੇ ਉਸ ਦੀ 12 ਆਇਤ ਵਿੱਚ। ਅਤੇ ਪ੍ਰਭੂ ਯਿਸੂ ਮਸੀਹ ਵਾਕਈ ਹੀ ਸਾਡੇ ਜੀਵਨ ਦਾ ਚਾਨਣ ਹੈ। ਜਿਹਦੇ ਕੋਲ ਪ੍ਰਭੂ ਯਿਸੂ ਮਸੀਹ ਦਾ ਚਾਨਣ ਨਹੀਂ ਹੈ ਉਹ ਅੰਧਕਾਰ ਵਿੱਚ ਚੱਲਦਾ ਹੈ ਅਤੇ ਅੰਧਕਾਰ ਦੇ ਕੰਮਾਂ 'ਚ ਫਸ ਜਾਂਦਾ ਹੈ ਅਤੇ ਅੰਧਕਾਰ ਦੇ ਕੰਮਾਂ ਕਰਕੇ ਉਸ ਦਾ ਜੀਵਨ ਨਾਸ਼ ਹੋ ਜਾਂਦਾ ਹੈ। ਅੱਜ ਕਈ ਲੋਕ ਸਾਡੇ ਦਰਮਿਆਨ ਹਨ ਜਿਨ੍ਹਾਂ ਨੂੰ ਇਸ ਚਾਨਣ ਬਾਰੇ ਨਹੀਂ ਪਤਾ, ਅਤੇ ਕਿਉਂਕਿ ਉਹ ਇਸ ਚਾਨਣ ਨੂੰ ਨਹੀਂ ਜਾਣਦੇ, ਇਸ ਲਈ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਉਹ ਕੰਮ ਹੁੰਦੇ ਹਨ ਜੋ ਕਿ ਨਹੀਂ ਹੋਣੇ ਚਾਹੀਦੇ। ਅਤੇ ਅੱਜ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਇੱਕ ਕਲੀਸਿਆ ਪ੍ਰਭੂ ਨੂੰ ਆਦਰ ਦਿੰਦੀ ਹੈ। ਕਿਵੇਂ ਇੱਕ ਸਾਡੀ ਜ਼ਿੰਦਗੀ ਦਾ ਜੋ ਇੱਕ ਟੀਚਾ ਜੋ ਹੁੰਦਾ ਹੈ ਜਾਂ ਇੱਕ ਸਾਡੀ ਜ਼ਿੰਦਗੀ ਦਾ ਸਕੋਪ ਜਾਂ ਗੋਲ ਹੁੰਦਾ ਹੈ, ਉਹ ਇਹੀ ਹੈ ਕਿ ਅਸੀਂ ਮਸੀਹ ਨੂੰ ਆਦਰ ਅਤੇ ਮਹਿਮਾ ਦਈਏ। ਕਿਉਂਕਿ ਪਿਤਾ ਕਹਿੰਦਾ ਹੈ, ਫਿਰ यूहन्ना ਦੀ ਇੰਜੀਲ ਵਿੱਚ ਉਹ ਕਹਿੰਦਾ ਹੈ ਕਿ ਇਹ ਮੇਰਾ ਪੁੱਤਰ ਹੈ ਅਤੇ ਜੋ ਕੋਈ ਮੇਰੇ ਪੁੱਤਰ ਨੂੰ ਸਵੀਕਾਰ ਕਰਦਾ ਹੈ, ਜੋ ਕੋਈ ਮੇਰੇ ਪੁੱਤਰ ਨੂੰ ਆਦਰ ਦਿੰਦਾ ਹੈ, ਉਸ ਨੂੰ ਮੈਂ ਆਦਰ ਦਿੰਦਾ ਹਾਂ।
ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਿਤਾ ਨੂੰ ਜਾਣੀਏ, ਪਿਤਾ ਦੇ ਪ੍ਰੇਮ ਨੂੰ ਜਾਣੀਏ, ਇਸ ਕਰਕੇ ਇਸ ਲਈ ਸਾਨੂੰ ਪ੍ਰਭੂ ਯਿਸੂ ਮਸੀਹ ਨੂੰ ਜਾਣਨ ਦੀ ਲੋੜ ਹੁੰਦੀ ਹੈ, ਕਿਉਂਕਿ ਪਿਤਾ ਨੇ ਆਪਣੇ ਪੁੱਤਰ ਦੇ ਹੇਠਾਂ ਸਭ ਕੁਝ ਰੱਖ ਦਿੱਤਾ ਹੈ। ਇਸ ਕਰਕੇ ਪਿਤਾ ਕਹਿੰਦਾ ਹੈ ਕਿ ਮੇਰੇ ਪੁੱਤਰ ਨੂੰ ਜੋ ਪ੍ਰੇਮ ਕਰਦਾ ਹੈ ਉਹਨੂੰ ਮੈਂ ਪ੍ਰੇਮ ਕਰਦਾ ਹਾਂ। ਅਤੇ ਅੱਜ ਗੱਲ ਕਰਦੇ ਹਾਂ ਅਸੀਂ ਜੋ ਕਿ ਕਲੀਸਿਆ ਦਾ ਇੱਕ ਪਿਆਰ ਹੈ ਪ੍ਰਭੂ ਯਿਸੂ ਮਸੀਹ ਦਾ, ਅਤੇ ਪ੍ਰਭੂ ਯਿਸੂ ਮਸੀਹ ਦਾ ਜੋ ਪਿਆਰ ਹੈ ਕਲੀਸਿਆ ਦੇ ਨਾਲ। ਪ੍ਰਭੂ ਯਿਸੂ ਮਸੀਹ ਜੋ ਹੈ ਉਹ ਕਲੀਸਿਆ ਨੂੰ ਪਿਆਰ ਕਰਦਾ ਹੈ ਅਤੇ ਉਹ ਉਸ ਨੂੰ ਸਾਫ਼ ਕਰਦਾ ਹੈ। ਅਸੀਂ ਪੜ੍ਹਦੇ ਹਾਂ ਅਫਸੀਆਂ ਦੇ ਖੱਤ ਵਿੱਚ, ਉਹ ਕਹਿੰਦਾ ਹੈ ਕਿ ਜਿਵੇਂ ਪਤੀ ਪਤਨੀਆਂ ਦਾ ਮੁਖੀਆ ਹੈ, ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਮੁਖੀਆ ਹੈ। ਅਤੇ ਜਿਵੇਂ ਇੱਕ ਪਤਨੀ ਆਪਣੇ ਪਤੀ ਨਾਲ ਜੁੜਦੀ ਹੈ, ਉਸੇ ਤਰ੍ਹਾਂ ਕਲੀਸਿਆ ਹੁਣ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜ ਗਈ ਹੈ। ਅਤੇ ਉਹਨੂੰ ਅਸੀਂ ਮਸੀਹ ਦਾ ਸਰੀਰ ਵੀ ਕਹਿੰਦੇ ਹਾਂ, ਦ ਬੋਡੀ ਆਫ ਕ੍ਰਾਈਸਟ। ਜਿਹੜਾ ਯਿਸੂ ਮਸੀਹ ਹੈ ਉਹ ਹੈੱਡ ਹੈ ਅਤੇ ਜੋ ਕਲੀਸਿਆ ਹੈ ਉਹ ਬੋਡੀ ਹੈ। ਅਤੇ ਇਹਨਾਂ ਗੱਲਾਂ ਨੂੰ ਜੇ ਅਸੀਂ ਸਮਝੀਏ ਚੰਗੀ ਤਰ੍ਹਾਂ, ਅਤੇ ਸਾਡੀ ਜ਼ਿੰਦਗੀਆਂ 'ਚ ਇੱਕ ਚੰਗਾਪਨ ਆਉਂਦਾ ਹੈ। ਸਾਨੂੰ ਪਤਾ ਲੱਗਦਾ ਕਿ ਯਿਸੂ ਮਸੀਹ ਕੌਣ ਹੈ ਅਤੇ ਚਰਚ ਕੀ ਹੈ, ਅਤੇ ਚਰਚ ਦੇ ਕੰਮ ਕੀ ਹਨ, ਕਲੀਸਿਆ ਦੇ ਕੰਮ ਕੀ ਹਨ। ਜੋ ਇੱਕ ਚਰਚ ਹੁੰਦਾ ਹੈ, ਕਲੀਸਿਆ ਹੁੰਦਾ ਹੈ, ਉਹ ਪ੍ਰਭੂ ਦੇ ਆਲੇ ਦੁਆਲੇ ਘੁੰਮਦਾ ਹੈ ਜਾਂ ਘੁੰਮਦੀ ਹੈ ਕਲੀਸਿਆ। ਦ ਕ੍ਰਾਈਸਟ ਸੈਂਟਰ ਚਰਚ ਕੀ ਹੈ? ਪਹਿਲੀ ਗੱਲ ਇਹ ਹੈ ਕਿ ਜਿਹੜਾ ਇੱਕ ਕ੍ਰਾਈਸਟ ਸੈਂਟਰ ਚਰਚ ਹੁੰਦਾ ਹੈ, ਕਲੀਸਿਆ ਹੁੰਦਾ ਹੈ, ਜੋ ਕਿ ਪ੍ਰਭੂ ਨੂੰ ਮਹਿਮਾ ਦਿੰਦੀ ਹੈ, ਉਹ ਪਵਿੱਤਰ ਬਣਨਾ ਚਾਹੁੰਦੀ ਹੈ। ਚਰਚ ਦੇ ਮੈਂਬਰਾਂ ਦਾ ਕੰਮ ਇਹੀ ਹੈ ਕਿ ਉਹ ਹੋਰ ਤੋਂ ਹੋਰ ਪਵਿੱਤਰ ਬਣਨ, ਕਿਉਂਕਿ ਪੌਲੁਸ ਕਹਿੰਦਾ ਹੈ ਅਫਸੀਆਂ ਦੇ ਖੱਤ ਵਿੱਚ, ਉਸਦਾ 5 ਅਧਿਆਇ ਅਤੇ 18 ਆਇਤ ਵਿੱਚ, ਉਹ ਕਹਿੰਦਾ ਹੈ ਕਿ ਸ਼ਰਾਬ ਦੇ ਨਾਲ ਤੁਸੀਂ ਸ਼ਰਾਬੀ ਨਾ ਬਣ ਜਾਵੋ, ਪਰ ਪ੍ਰਭੂ ਦੇ ਆਤਮਾ ਨਾਲ ਭਰ ਜਾਵੋ। ਅਤੇ ਜਦੋਂ ਅਸੀਂ ਪ੍ਰਭੂ ਦੇ ਆਤਮਾ ਨਾਲ ਭਰਦੇ ਹਾਂ, ਅਸੀਂ ਪਵਿੱਤਰ ਹੁੰਦੇ ਹਾਂ, ਅਸੀਂ ਪ੍ਰਭੂ ਦੇ ਨਾਲ ਚੱਲਦੇ ਰਹਿੰਦੇ ਹਾਂ, ਸਾਡੀ ਜ਼ਿੰਦਗੀ 'ਚ ਪਵਿੱਤਰਤਾ ਹੀ ਆਉਂਦੀ ਰਹਿੰਦੀ ਹੈ। ਅਤੇ ਇਹੀ ਪਵਿੱਤਰਤਾ ਹੀ ਹੈ ਜੋ ਕਿ ਸਾਨੂੰ ਦੁਨੀਆ ਤੋਂ ਅਲੱਗ ਕਰਦੀ ਹੈ। ਨਾ ਤਾਂ ਅਸੀਂ ਕੋਈ ਸਪੈਸ਼ਲ ਲੋਕ ਹਾਂ, ਅਤੇ ਨਾ ਹੀ ਅਸੀਂ ਆਪਣੇ ਕੰਮਾਂ ਨਾਲ ਪ੍ਰਭੂ ਨੂੰ ਪ੍ਰਸੰਨ ਕੀਤਾ। ਪ੍ਰਭੂ ਨੇ ਚਾਹਿਆ ਕਿ ਉਹ ਸਾਨੂੰ ਬਚਾ ਲਵੇ, ਅਤੇ ਉਸਨੇ ਸਾਨੂੰ ਆਪਣੀ ਦਇਆ ਦੇ ਨਾਲ ਆਪਣੇ ਆਪ ਨੂੰ ਕਰੂਸ 'ਤੇ ਚਾੜ ਕੇ ਆਪਣਾ ਖੂਨ ਡੋਲ ਕੇ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਕੀਤਾ। ਅਤੇ ਕਿਉਂਕਿ ਉਹ ਤੀਜੇ ਦਿਨ ਜੀ ਉੱਠਿਆ, ਇਸ ਕਰਕੇ ਹੁਣ ਉਹ ਵਾਅਦਾ ਕਰਦਾ ਹੈ ਕਿ ਸਦੀਵਕ ਜੀਵਨ ਉਹਨਾਂ ਲੋਕਾਂ ਦਾ ਹੈ ਜੋ ਕਿ ਉਸ ਉੱਤੇ ਵਿਸ਼ਵਾਸ ਕਰਦੇ ਹਨ। ਜੋ ਲੋਕ ਪ੍ਰਭੂ 'ਤੇ ਯਕੀਨ ਕਰਦੇ ਹਨ, ਉਹਨਾਂ ਨੂੰ ਮਾਫੀ ਮਿਲਦੀ ਹੈ ਪਾਪਾਂ ਤੋਂ, ਅਤੇ ਉਹਨਾਂ ਨੂੰ ਨਵਾਂ ਜੀਵਨ ਮਿਲਦਾ ਹੈ। ਅਤੇ ਪੌਲੁਸ ਕਹਿੰਦਾ ਹੈ ਕਿਉਂਕਿ ਇਹ ਜੋ ਦਿਨ ਹਨ ਇਹ ਬਹੁਤ ਹੀ ਅੰਧਕਾਰ ਵਾਲੇ ਦਿਨ ਹਨ, ਅਤੇ ਕਲੀਸਿਆ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਪਵਿੱਤਰ ਰੱਖੇ। ਹੁਣ ਦੁਨੀਆ ਦੇ ਵਿੱਚ ਇੱਦਾਂ ਦੀਆਂ ਗੱਲਾਂ ਹਨ ਜੋ ਕਿ ਕਲੀਸਿਆਵਾਂ ਦੇ ਵਿੱਚ ਆ ਗਈਆਂ ਹਨ, ਜਿਵੇਂ ਕਿ ਅੱਜ ਕੱਲ੍ਹ ਬਹੁਤ ਇੱਕ ਇਹ ਚੱਲਦੀ ਹੈ ਗੱਲ ਵੀ ਪੈਸੇ ਦਾ ਲੋਭ, ਜਾਂ ਗਲਤ ਰਿਸ਼ਤੇ, ਜਾਂ ਕਈ ਲੋਕ ਹੁੰਦੇ ਹਨ ਉਹ ਆਪਣੇ ਆਪ ਨੂੰ ਉੱਚਾ ਕਰਨ ਲਈ, ਚਰਚ ਦੀ ਪਾਵਰ ਲੈਣ ਲਈ ਆਪਣੇ ਆਪ ਨੂੰ ਲੀਡਰ ਬਣਾ ਲੈਂਦੇ ਹਨ। ਚਰਚਾਂ ਦੇ ਵਿੱਚ ਕਿੰਨੀਆਂ ਕਨਫਿਊਜ਼ਨ ਹੈ ਇਹਨਾਂ ਗੱਲਾਂ ਕਰਕੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਪਾਕ ਅਤੇ ਸਾਫ਼ ਰੱਖੀਏ, ਅਤੇ ਪ੍ਰਭੂ ਦੀ ਸਿਕਸ਼ਾ ਦੇ ਹੇਠਾਂ ਪ੍ਰਭੂ ਦੇ ਨਾਲ ਜੁੜ ਕੇ ਉਸ ਦੇ ਨਾਲ ਚੱਲਦੇ ਰਹੀਏ। ਅਤੇ ਅਸੀਂ ਆਪਣੇ ਆਪ ਨੂੰ ਕਿਵੇਂ ਪਵਿੱਤਰ ਰੱਖੀਏ? ਰਸੂਲਾਂ ਦੇ ਕਰਤੱਵ, ਉਸ ਦਾ 2 ਅਧਿਆਇ ਅਤੇ ਉਸ ਦੀ 42 ਆਇਤ ਤੋਂ ਲੈ ਕੇ 43 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਜਦੋਂ ਉਹ ਲੋਕ ਬਚਾਏ ਗਏ, ਜਦੋਂ ਪਤਰਸ ਨੇ ਪ੍ਰਚਾਰ ਕੀਤਾ, ਉਹ ਲੋਕ ਬਚਾਏ ਗਏ, ਅਤੇ ਕਿਵੇਂ ਉਹਨਾਂ ਨੇ ਰਸੂਲਾਂ ਦੀ ਸਿਕਸ਼ਾ ਨੂੰ ਅਪਣਾਇਆ, ਅਤੇ ਰਸੂਲਾਂ ਦੀ ਸਿਕਸ਼ਾ ਹੇਠਾਂ ਬੈਠੇ, ਅਤੇ ਚਰਚ ਦੇ ਨਾਲ ਜੁੜੇ, ਅਤੇ ਇੱਕ ਦੂਜੇ ਨਾਲ ਉਹਨਾਂ ਨੇ ਸੰਗਤ ਕੀਤੀ। ਅਤੇ ਸੰਗਤੀ ਹੋਣੀ ਜ਼ਰੂਰੀ ਹੈ ਮਸੀਹੀ ਲੋਕਾਂ ਦੇ ਵਿੱਚ। ਵਚਨ ਸੁਣੋ, ਜੋ ਵਚਨ ਸੁਣਦਾ ਹੈ ਉਸਦਾ ਯਕੀਨ, ਉਸਦਾ ਵਿਸ਼ਵਾਸ ਵੱਧਦਾ ਹੈ ਪ੍ਰਭੂ ਦੇ ਵਿੱਚ। ਜੇ ਅਸੀਂ ਆਪਣੇ ਆਪ ਨੂੰ ਵਚਨ ਤੋਂ ਵਾਂਝੇ ਕਰ ਲਈਏ ਅਤੇ ਇੱਕ ਦੂਜੇ ਨਾਲ ਸੰਗਤੀ ਨਾ ਰੱਖੀਏ, ਅਤੇ ਫਿਰ ਅਸੀਂ ਕਿਵੇਂ ਪਵਿੱਤਰਤਾ 'ਚ ਵੱਧ ਸਕਦੇ ਹਾਂ? ਇਸ ਕਰਕੇ ਸਾਨੂੰ ਇਹ ਜ਼ਰੂਰੀ ਹੈ ਕਿ ਅਸੀਂ ਪ੍ਰਭੂ ਦੇ ਲੋਕਾਂ ਨਾਲ ਜੁੜੀਏ।
ਜਦੋਂ ਪ੍ਰਭੂ ਯਿਸੂ ਮਸੀਹ ਮਾਰਿਆ ਗਿਆ ਅਤੇ ਉਹ ਜ਼ਿੰਦਾ ਹੋ ਗਿਆ ਅਤੇ ਤੀਜੇ ਦਿਨ ਉਹ ਜ਼ਿੰਦਾ ਹੋ ਕੇ ਜਦੋਂ ਅਸਮਾਨ 'ਤੇ ਚਲਾ ਗਿਆ, ਉਸਨੇ ਆਪਣੇ ਲੋਕਾਂ ਨੂੰ ਕਿਹਾ ਕਿ ਸਭ ਦੁਨੀਆ ਵਿੱਚ ਜਾ ਕੇ ਲੋਕਾਂ ਨੂੰ ਚੇਲੇ ਬਣਾਓ, ਲੋਕਾਂ ਨੂੰ ਮੇਰੇ ਬਾਰੇ ਦੱਸੋ, ਮੇਰੀ ਖੁਸ਼ਖਬਰੀ ਬਾਰੇ ਦੱਸੋ ਅਤੇ ਲੋਕਾਂ ਨੂੰ ਕਹੋ ਕਿ ਤੌਬਾ ਕਰੋ ਆਪਣੇ ਪਾਪਾਂ ਤੋਂ ਅਤੇ ਮਾਫ਼ੀ ਮੰਗੋ ਤਾਂ ਕਿ ਤੁਹਾਨੂੰ ਮਾਫ਼ੀ ਮਿਲੇ ਅਤੇ ਸਦੀਵਕ ਜੀਵਨ ਮਿਲੇ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਕੇ। ਅਤੇ ਜਦੋਂ ਪ੍ਰਭੂ ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਆਉਂਦਾ ਹੈ, ਉਹ ਆਪਣੇ ਪਿਤਾ ਨਾਲ ਵੀ ਆਉਂਦਾ ਹੈ ਅਤੇ ਆਪਣੇ ਪਵਿੱਤਰ ਆਤਮਾ ਨਾਲ ਵੀ ਆਉਂਦਾ ਹੈ ਅਤੇ ਉਹ ਆਪਣੀ ਕਲੀਸਿਆ ਨਾਲ ਸਾਡੀ ਜ਼ਿੰਦਗੀ 'ਚ ਆਉਂਦਾ ਹੈ। ਇਸ ਕਰਕੇ ਕੋਈ ਵੀ ਮਸੀਹ ਇਨਸਾਨ ਇਕੱਲਾ ਨਹੀਂ ਹੁੰਦਾ, ਉਹ ਮਸੀਹ ਦੀ ਕਲੀਸਿਆ ਦੇ ਨਾਲ ਜੁੜ ਜਾਂਦਾ ਹੈ। ਅਤੇ ਤੁਹਾਨੂੰ ਚਾਹੀਦਾ ਹੈ, ਜੇ ਤੁਸੀਂ ਕਿਸੇ ਕਲੀਸਿਆ ਨਾਲ ਨਹੀਂ ਜੁੜੇ, ਚੰਗੀ ਕਲੀਸਿਆ ਨਾਲ ਜੁੜੋ, ਜਿਹੜੀ ਕਲੀਸਿਆ ਪ੍ਰਭੂ ਦੇ ਵਚਨਾਂ ਉੱਤੇ ਵਿਸ਼ਵਾਸ ਕਰਦੀ ਹਨ। ਅੱਜ ਕੱਲ੍ਹ ਦੀਆਂ ਕਲੀਸਿਆਵਾਂ ਜੋ ਹਨ ਉਹ ਤਾਂ ਬਹੁਤ ਗਲਤ ਹੋ ਗਈਆਂ ਹੈ। ਲੋਕਾਂ ਦੇ ਟੈਂਟ ਖੜ੍ਹੇ ਕਰਕੇ 5-5, 6 ਹਜ਼ਾਰ ਲੋਕਾਂ ਨੂੰ ਉਹ ਹੀਲਿੰਗ ਦਿੰਦੇ ਹਨ। ਉਹ ਕੋਈ ਚਰਚ ਨਹੀਂ ਹੈ, ਨਾ ਹੀ ਉਹਦੇ ਵਿੱਚ ਪ੍ਰਭੂ ਹੈ। ਹਾਲਾਂਕਿ ਉਹ ਪ੍ਰਭੂ ਦੇ ਵਚਨ ਨੂੰ ਖੋਲ੍ਹਦੇ ਹਨ, ਪਰ ਉਹਨਾਂ ਦੀ ਜ਼ਿੰਦਗੀਆਂ 'ਚ ਪ੍ਰਭੂ ਨਹੀਂ ਹੈ। ਇਹ ਲੋਕ ਲੁਟੇਰੇ ਹਨ ਅਤੇ ਲੋਕਾਂ ਨੂੰ ਲੁੱਟਦੇ ਹਨ ਭਰਮਾ ਕੇ। ਜੋ ਇੱਕ ਚੰਗਾ ਚਰਚ ਹੁੰਦਾ ਹੈ, ਉਹਦੇ ਵਿੱਚ ਤੁਸੀਂ ਵਚਨ ਸੁਣਦੇ ਹੋ, ਸੰਗਤ ਰੱਖਦੇ ਹੋ, ਇੱਕ ਦੂਜੇ ਨੂੰ ਜਾਣਦੇ ਹੋ। ਪਾਸਟਰ ਆਪਣੇ ਲੋਕਾਂ ਨੂੰ ਜਾਣਦਾ ਹੈ, ਪਾਸਟਰ ਆਪਣੇ ਲੋਕਾਂ ਦੇ ਵਿੱਚ ਬਹਿ ਕੇ ਉਹਨਾਂ ਲਈ ਪ੍ਰਾਰਥਨਾ ਕਰਦਾ ਹੈ ਅਤੇ ਕਲੀਸਿਆ ਜੋ ਹੈ ਉਹ ਆਪਣੇ ਪਾਸਟਰਾਂ ਨਾਲ ਜੁੜ ਕੇ ਪ੍ਰਭੂ ਦਾ ਕੰਮ ਕਰਦੀਆਂ ਹਨ। ਇਹ ਚੀਜ਼ਾਂ ਅੱਜ ਕੱਲ੍ਹ ਖ਼ਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਇਹ ਚੀਜ਼ ਖ਼ਤਮ ਨਹੀਂ ਹੋਣੀ ਚਾਹੀਦੀ ਜਦ ਤੱਕ ਪ੍ਰਭੂ ਯਿਸੂ ਮਸੀਹ ਨਹੀਂ ਆਉਂਦਾ। ਪਰ ਜੇ ਅਸੀਂ ਬਾਈਬਲ ਦੇ ਇਹਨਾਂ ਗੱਲਾਂ ਨੂੰ ਨਹੀਂ ਜਾਣਾਂਗੇ ਅਤੇ ਫਿਰ ਅਸੀਂ ਕਿਤੇ ਨਾ ਕਿਤੇ ਗੁੰਮਰਾਹ ਹੋ ਜਾਂਦੇ ਹਾਂ। ਇਸ ਕਰਕੇ ਸਾਨੂੰ ਪ੍ਰਭੂ ਦੀਆਂ ਗੱਲਾਂ ਨੂੰ ਮੰਨਣ ਦੀ ਲੋੜ ਹੈ। ਅਤੇ ਇੱਕ ਮਸੀਹੀ ਬੰਦਾ ਹੁੰਦਾ ਹੈ ਜਾਂ ਔਰਤ ਹੁੰਦੀ ਹੈ, ਜੇ ਉਹ ਹਲੀਮ ਹੈ ਅਤੇ ਉਹ ਪ੍ਰਭੂ ਦੀ ਗੱਲ ਨੂੰ ਮੰਨਦੇ ਹਨ ਅਤੇ ਪ੍ਰਭੂ ਦੀ ਗੱਲਾਂ ਨੂੰ ਇਨਕਾਰ ਨਹੀਂ ਕਰਦੇ। ਅਸੀਂ ਪਹਿਲਾਂ ਥੈਸਲੋਨੀਕੀਆਂ ਉਹਦਾ 4 ਅਧਿਆਇ ਉਹਦੀ 3 ਆਇਤ ਵਿੱਚ ਪੜ੍ਹਦੇ ਹਾਂ ਕਿ ਕਿਵੇਂ ਪੌਲੁਸ ਕਹਿੰਦਾ ਹੈ ਕਿ ਖੁਦਾਵੰਦ ਦੀ ਮਰਜ਼ੀ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਾਫ਼ ਰੱਖੋ, ਆਪਣੇ ਆਪ ਨੂੰ ਗਲਤ ਕੰਮਾਂ 'ਚ ਨਾ ਫਸਾਵੋ। ਅਤੇ ਫਿਲਿੱਪੀਆਂ ਦੇ ਖੱਤ ਵਿੱਚ ਵੀ ਉਹ ਇਹੀ ਕਹਿੰਦਾ ਹੈ ਕਿ ਤੁਸੀਂ ਪ੍ਰਭੂ ਦੀ ਮੁਕਤੀ ਦੇ ਵਿੱਚ ਚੱਲਦੇ ਰਹੋ। ਫਿਲਿੱਪੀਆਂ ਦਾ ਖੱਤ ਉਹਦਾ 2 ਅਧਿਆਇ ਅਤੇ 12 ਆਇਤ, ਕਿ ਕਿਵੇਂ ਡਰ ਵਿੱਚ, ਖੌਫ ਵਿੱਚ ਰਹਿ ਕੇ ਤੁਸੀਂ ਪ੍ਰਭੂ ਨਾਲ ਚੱਲਦੇ ਰਹੋ, ਪ੍ਰਭੂ ਦਾ ਆਦਰ ਕਰਦੇ ਰਹੋ, ਪ੍ਰਭੂ ਦਾ ਡਰ ਆਪਣੇ ਦਿਲ 'ਚ ਰੱਖੋ। ਕਿਉਂਕਿ ਜੇ ਅਸੀਂ ਪ੍ਰਭੂ ਦਾ ਡਰ ਆਪਣੇ ਦਿਲ 'ਚ ਰੱਖਾਂਗੇ ਤਾਂ ਅਸੀਂ ਪਾਪ ਨਹੀਂ ਕਰਾਂਗੇ। ਅਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਇੱਕ ਕ੍ਰਾਈਸਟ ਸੈਂਟਰ ਚਰਚ ਹੁੰਦਾ ਹੈ, ਜੋ ਕਿ ਇੱਕ ਕਲੀਸਿਆ ਪ੍ਰਭੂ ਦੇ ਨਾਲ ਜੁੜੀ ਹੋਈ ਹੁੰਦੀ ਹੈ, ਉਹ ਪ੍ਰਭੂ ਦੀ ਸੇਵਕਾਈ ਕਰਦੀ ਹੈ। ਅਫਸੀਆਂ ਦੇ ਖੱਤ ਉਹਦਾ 5 ਅਧਿਆਇ ਉਹਦੀ 19 ਤੋਂ 21 ਵਿੱਚ ਪੜ੍ਹਦੇ ਹਾਂ ਕਿ ਉਹ ਕਹਿੰਦਾ ਹੈ, ਪੌਲੁਸ ਕਹਿੰਦਾ ਹੈ ਕਿ ਤੁਸੀਂ ਇੱਕ ਦੂਸਰੇ ਨੂੰ ਗੀਤ ਨਾਲ, ਚੰਗੇ ਸ਼ਬਦਾਂ ਦੇ ਨਾਲ ਇੱਕ ਦੂਜੇ ਨੂੰ ਸਮਝਾਉਂਦੇ ਰਹੋ, ਚਰਚ ਦੇ ਵਿੱਚ ਇੱਕ ਦੂਜੇ ਨੂੰ ਤਸੱਲੀ ਦਿੰਦੇ ਰਹੋ, ਪ੍ਰਭੂ ਦਾ ਧੰਨਵਾਦ ਕਰਦੇ ਰਹੋ ਅਤੇ ਪ੍ਰਭੂ ਦੇ ਨਾਮ ਨੂੰ ਮਹਿਮਾ ਦਿੰਦੇ ਰਹੋ ਅਤੇ ਇੱਕ ਦੂਜੇ ਦੇ ਅੱਗੇ ਝੁਕਦੇ ਰਹੋ। ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਦੂਸਰੇ ਦੀ ਗੱਲ ਨੂੰ ਸਹਾਰੋ ਅਤੇ ਪ੍ਰਭੂ ਦੇ ਵਿੱਚ ਰਹਿ ਕੇ, ਪ੍ਰਭੂ ਦੇ ਅੱਗੇ ਝੁਕ ਕੇ ਆਪਣੇ ਆਪ ਨੂੰ ਹਲੀਮ ਕਰੋ ਤਾਂ ਕਿ ਪ੍ਰਭੂ ਯਿਸੂ ਮਸੀਹ ਤੁਹਾਨੂੰ ਉੱਚਾ ਕਰ ਦੇਵੇ। ਅਸੀਂ ਫਿਰ ਪੜ੍ਹਦੇ ਹਾਂ ਜ਼ਬੂਰ ਉਹਦਾ 100 ਅਧਿਆਇ ਅਤੇ ਉਸਦੀ 2 ਆਇਤ। ਉਹਦੇ ਵਿੱਚ ਕਹਿੰਦਾ ਹੈ ਕਿ ਪ੍ਰਭੂ ਦੀ ਸੇਵਕਾਈ ਕਰੋ ਖੁਸ਼ੀ ਦੇ ਨਾਲ ਅਤੇ ਉਹਦੀ ਉਪਸਥਿਤੀ ਵਿੱਚ ਤੁਸੀਂ ਗਾਉਂਦੇ ਹੋਏ ਆਓ, ਆਪਣੇ ਦਿਲਾਂ 'ਚ ਗੀਤ ਗਾਓ। ਚਰਚ ਜਾਂਦੇ ਹੋ ਸੰਡੇ ਨੂੰ ਜਾਂ ਬੁੱਧਵਾਰ ਨੂੰ ਬਾਈਬਲ ਸਟੱਡੀ ਲਈ ਜਾਂਦੇ ਹੋ, ਆਪਣੇ ਦਿਲਾਂ ਵਿੱਚ ਖੁਸ਼ੀ ਭਰ ਕੇ ਪ੍ਰਭੂ ਦਾ ਆਦਰ ਕਰਨ ਲਈ, ਪ੍ਰਭੂ ਦੀ ਮਹਿਮਾ ਕਰਨ ਲਈ ਜਾਓ, ਪ੍ਰਭੂ ਦੀ ਉਪਾਸਨਾ ਕਰਨ ਲਈ ਜਾਓ ਅਤੇ ਲੋਕਾਂ ਨਾਲ ਜੁੜ ਕੇ ਪ੍ਰਭੂ ਦੀ ਉਪਾਸਨਾ ਕਰੋ। ਅਤੇ ਇਹ ਇੱਕ ਸਾਡੀ ਸਰਵਿਸ ਹੁੰਦੀ ਹੈ ਪ੍ਰਭੂ ਦੇ ਲਈ। ਅਤੇ ਚਰਚ ਦੇ ਵਿੱਚ, ਕਲੀਸਿਆ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ, ਸਭ ਇੱਕ ਸਮਾਨ ਹੁੰਦੇ ਹਨ। ਚਾਹੇ ਤੁਸੀਂ ਕਿਤੇ ਵੀ ਕਿਉਂ ਨਹੀਂ ਆਉਂਦੇ, ਕਿਹੜੀ ਭਾਸ਼ਾ ਕਿਉਂ ਨਾ ਬੋਲਦੇ ਹੋਵੋ, ਚਾਹੇ ਤੁਹਾਡੀ ਬੈਂਕ 'ਚ ਕਿੰਨੇ ਪੈਸੇ ਹਨ ਜਾਂ ਨਹੀਂ ਹਨ, ਤੁਸੀਂ ਸਭ ਪ੍ਰਭੂ ਦੀ ਨਜ਼ਰਾਂ 'ਚ ਇੱਕ ਸਮਾਨ ਹੋ। ਪ੍ਰਭੂ ਦਾ ਕੋਈ ਫੇਵਰੇਟ ਨਹੀਂ ਹੈ ਕਿ ਉਹ ਬੰਦਾ ਮੇਰਾ ਜ਼ਿਆਦਾ ਫੇਵਰੇਟ ਅਤੇ ਉਹ ਬੰਦਾ ਘੱਟ ਫੇਵਰੇਟ ਹੈ। ਪਰ ਇਹ ਜ਼ਰੂਰ ਮੈਂ ਕਹਿੰਦਾ ਹਾਂ, ਜੋ ਪ੍ਰਭੂ ਦੇ ਨਾਲ ਚੱਲਦਾ ਹੈ, ਪ੍ਰਭੂ ਉਹਦੇ ਨਾਲ ਚੱਲਦਾ ਹੈ। ਜੇ ਤੁਸੀਂ ਪ੍ਰਭੂ ਨੂੰ ਭੁੱਲ ਜਾਓਗੇ, ਪ੍ਰਭੂ ਨਾਲ ਨਹੀਂ ਚੱਲੋਗੇ, ਤਾਂ ਫਿਰ ਤੁਸੀਂ
ਕਿਵੇਂ ਕਹਿ ਸਕਦੇ ਕਿ ਪ੍ਰਭੂ ਮੇਰੇ ਨਾਲ ਵੀ ਚੱਲਦਾ ਹੈ। ਇਸ ਲਈ ਜਿੰਨਾ ਜ਼ਿਆਦਾ ਅਸੀਂ ਕੋਸ਼ਿਸ਼ ਕਰਾਂਗੇ ਪ੍ਰਭੂ ਨਾਲ ਚੱਲਣ ਦੀ, ਉਨਾ ਜ਼ਿਆਦਾ ਪ੍ਰਭੂ ਖੁਦ ਸਾਡੇ ਨਾਲ ਚੱਲਦਾ ਹੈ। ਦੂਜੀ ਗੱਲ ਅਸੀਂ ਦੇਖਦੇ ਹਾਂ ਕਿ ਜੋ ਇੱਕ ਚਰਚ ਹੁੰਦਾ ਹੈ ਉਹਦੇ ਵਿੱਚ ਕੋਈ ਏਜੰਡਾ ਨਹੀਂ ਹੁੰਦਾ ਵੀ ਨਾ ਤਾਂ ਮੇਰਾ ਕੋਈ ਏਜੰਡਾ ਹੈ, ਨਾ ਤਾਂ ਕਿਸੇ ਹੋਰ ਲੋਕ ਦਾ ਏਜੰਡਾ ਹੋਣਾ ਚਾਹੀਦਾ ਹੈ। ਏਜੰਡਾ ਸਿਰਫ ਇਹੀ ਹੈ ਕਿ ਅਸੀਂ ਪ੍ਰਭੂ ਦੇ ਨਾਲ ਚੱਲਦੇ ਰਹੀਏ ਅਤੇ ਪ੍ਰਭੂ ਦੇ ਨਾਲ ਲੋਕਾਂ ਨੂੰ ਜੋੜਦੇ ਰਹੀਏ ਅਤੇ ਇੱਕ ਦੂਜੇ ਨੂੰ ਤਸੱਲੀ ਦਿੰਦੇ ਰਹੀਏ ਅਤੇ ਹੌਸਲਾ ਦਿੰਦੇ ਰਹੀਏ ਕਿ ਪ੍ਰਭੂ ਯਿਸੂ ਮਸੀਹ ਆਉਂਦਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਇਹ ਤਾਂ ਹੋਈ ਕਲੀਸਿਆ ਦੀ ਗੱਲ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰਭੂ ਦੀ। ਪ੍ਰਭੂ ਕੌਣ ਹੈ? ਪ੍ਰਭੂ ਕੀ ਹੈ ਸਾਡੇ ਲਈ? ਅਤੇ ਜਿਵੇਂ ਕਲੀਸਿਆ ਪ੍ਰਭੂ ਦੇ ਨਾਲ ਜੁੜਦੀ ਹੈ, ਉਵੇਂ ਹੀ ਪ੍ਰਭੂ ਕਲੀਸਿਆ ਨਾਲ ਪ੍ਰੇਮ ਰੱਖਦਾ ਹੈ। ਪ੍ਰਭੂ ਵੀ ਕਲੀਸਿਆ ਨਾਲ ਜੁੜਿਆ ਹੋਇਆ ਹੈ ਅਤੇ ਕਿਉਂਕਿ ਪ੍ਰਭੂ ਸਾਡਾ ਸਿਰ ਹੈ, ਇਸ ਲਈ ਜਿੱਧਰ ਸਿਰ ਜਾਂਦਾ ਹੈ ਉੱਧਰ ਹੀ ਅਸੀਂ ਜਾਂਦੇ ਹਾਂ। ਜਿੱਧਰ ਸਾਡਾ ਸਿਰ ਜਾਵੇਗਾ ਉੱਧਰ ਹੀ ਸਾਡਾ ਸਰੀਰ ਜਾਵੇਗਾ। ਜਿੱਧਰ ਪ੍ਰਭੂ ਯਿਸੂ ਮਸੀਹ ਜਾਂਦਾ ਹੈ ਉੱਧਰ ਅਸੀਂ ਵੀ ਜਾਂਦੇ ਹਾਂ। ਅਤੇ ਅਸੀਂ ਗੱਲ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੋ ਉਹਦਾ ਪਿਆਰ ਹੈ, ਅਸੀਂ ਅਫਸੀਆਂ ਦੇ ਖੱਤ ਵਿੱਚ ਪੜ੍ਹਦੇ ਹਾਂ, ਉਹਦਾ 5 ਅਧਿਆਇ 25 ਤੋਂ 27 ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਕਲੀਸਿਆ ਲਈ ਦੇ ਦਿੱਤਾ, ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ। ਸਾਨੂੰ ਇਹਦੇ ਤੋਂ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨਾਲ ਪਿਆਰ ਕਰਦਾ ਹੈ। ਅਤੇ ਜਿਹੜਾ ਇੱਕ ਇਹ ਸ਼ਬਦ ਹੈ ਲਵ, ਪਿਆਰ, ਪ੍ਰੇਮ, ਅਸੀਂ ਇਹ ਕਿਤਾਬ 'ਚ ਜਿਹੜਾ ਪੜ੍ਹਦੇ ਹਾਂ, ਇਹਦਾ ਗ੍ਰੀਕ ਜੋ ਤਰਜਮਾ ਹੈ ਉਹ ਹੈ ਅਗਾਪੇ ਜਾਂ ਅਗਾਪੋਨ। ਉਹਦਾ ਮਤਲਬ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪ੍ਰੇਮ ਕੀਤਾ ਜਦੋਂ ਅਸੀਂ ਪ੍ਰੇਮ ਦੇ ਲਾਇਕ ਵੀ ਨਹੀਂ ਸੀ। ਅਸੀਂ ਉਹਨਾਂ ਲੋਕਾਂ ਨੂੰ ਤਾਂ ਚੰਗਾ ਸਮਝਦੇ ਹਨ ਜੋ ਸਾਡੇ ਨਾਲ ਚੰਗਾ ਕਰਦੇ ਹਨ, ਪਰ ਪ੍ਰਭੂ ਦੇ ਨਾਲ ਅਸੀਂ ਕਿਸੇ ਨੇ ਵੀ ਚੰਗਾ ਵਰਤਾਵ ਨਹੀਂ ਕੀਤਾ। ਪਰ ਫਿਰ ਵੀ ਪ੍ਰਭੂ ਨੇ ਸਾਨੂੰ ਮਾਫ਼ ਕੀਤਾ ਅਤੇ ਸਾਨੂੰ ਅਪਣਾਇਆ ਅਤੇ ਸਾਡੇ ਦਿਲਾਂ ਨੂੰ ਚੇਂਜ ਕੀਤਾ ਅਤੇ ਸਾਨੂੰ ਆਪਣੇ ਨਾਲ ਜੋੜਿਆ। ਇਹ ਹੈ ਅਨਕੰਡੀਸ਼ਨਲ ਲਵ। ਇਹ ਜਿਹੜਾ ਪ੍ਰੇਮ ਹੈ ਇਹਦੇ ਉੱਤੇ ਕੋਈ ਕੰਡੀਸ਼ਨ ਨਹੀਂ ਹੈ। ਪ੍ਰਭੂ ਨੇ ਇਹ ਨਹੀਂ ਕੰਡੀਸ਼ਨ ਰੱਖੀ ਕਿ ਵੀ ਜੇ ਮੈਂ ਇਹਨਾਂ ਲਈ ਕੁਛ ਕਰੂੰਗਾ ਤਾਂ ਜੇ ਮੇਰੇ ਲਈ ਕੁਛ ਕਰਨਗੇ ਤਾਂ ਹੀ ਮੈਂ ਇਹਨਾਂ ਲਈ ਕੁਛ ਕਰੂੰਗਾ। ਪ੍ਰਭੂ ਕਹਿੰਦਾ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਖੁਦ ਬਚਾ ਵੀ ਨਹੀਂ ਸੀ ਸਕਦੇ ਅਤੇ ਨਾ ਤਾਂ ਅਸੀਂ ਆਪਣੇ ਮੂੰਹਾਂ ਨਾਲ ਅਤੇ ਦਿਲਾਂ ਨਾਲ ਪ੍ਰਭੂ ਦਾ ਆਦਰ ਕੀਤਾ, ਤਾਂ ਵੀ ਪ੍ਰਭੂ ਸਾਡੇ ਲਈ ਆਇਆ। ਉਹ ਸਾਡੇ ਲਈ ਮਾਰਿਆ ਗਿਆ ਅਤੇ ਉਹ ਤੀਜੇ ਦਿਨ ਜੀ ਉੱਠਿਆ ਅਤੇ ਹੁਣ ਉਸਨੇ ਆਪਣੇ ਪਵਿੱਤਰ ਆਤਮਾ ਦੇ ਸ਼ਕਤੀ ਜ਼ਰੀਏ ਸਾਨੂੰ ਬਚਾ ਲਿਆ, ਸਾਡੇ ਦਿਲਾਂ ਨੂੰ ਚੇਂਜ ਕਰ ਦਿੱਤਾ, ਸਾਨੂੰ ਨਵਾਂ ਬਣਾ ਦਿੱਤਾ। ਇਹ ਕਿੰਨਾ ਮਹਾਨ ਪਿਆਰ ਹੈ ਪ੍ਰਭੂ ਦਾ। ਉਹ ਸਾਨੂੰ ਪ੍ਰੇਮ ਕਰਦਾ ਹੈ। ਅਤੇ ਜੇ ਅੱਜ ਤੁਹਾਨੂੰ ਕੋਈ ਇਹ ਨਹੀਂ ਕਹਿੰਦਾ ਕਿ ਪ੍ਰਭੂ ਤੁਹਾਨੂੰ ਨਹੀਂ ਪ੍ਰੇਮ ਕਰਦਾ, ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪ੍ਰਭੂ ਤੁਹਾਨੂੰ ਪ੍ਰੇਮ ਕਰਦਾ ਹੈ, ਪਰ ਇਹ ਵੀ ਚਾਹੁੰਦਾ ਹੈ ਕਿ ਤੁਸੀਂ ਪ੍ਰਭੂ ਦੇ ਵੱਲ ਮੁੜੋ। ਅਤੇ ਯਿਸੂ ਮਸੀਹ ਕਹਿੰਦਾ ਹੈ ਫਿਰ ਯਹੂਨਾ ਦੀ ਇੰਜੀਲ ਉਹਦਾ 10 ਅਧਿਆਇ ਅਤੇ ਉਸਦੀ 11 ਆਇਤ ਵਿੱਚ ਉਹ ਕਹਿੰਦਾ ਹੈ ਕਿ ਚੰਗਾ ਚਰਵਾਹਾ ਮੈਂ ਹਾਂ। ਇੱਕ ਚੰਗਾ ਚਰਵਾਹਾ ਆਪਣੀਆਂ ਭੇਡਾਂ ਲਈ ਜਾਨ ਵੀ ਦੇ ਸਕਦਾ ਹੈ। ਭੇਡਾਂ ਨੂੰ ਭੇੜੀਏ ਤੋਂ ਬਚਾਉਣ ਲਈ ਵੀ ਚਰਵਾਹਾ ਭੇੜੀਏ ਨਾਲ ਲੜ ਜਾਂਦਾ ਹੈ। ਅਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਆਪਣੀ ਭੇਡਾਂ ਲਈ ਜਾਨ ਦਿੰਦਾ ਹਾਂ। ਅਤੇ ਕਿੰਨਾ ਮਹਾਨ ਹੈ ਪ੍ਰਭੂ ਯਿਸੂ ਮਸੀਹ ਦਾ ਪਿਆਰ ਸਾਡੇ ਲਈ। ਅਤੇ ਉਹਦਾ ਪਿਆਰ ਜੋ ਹੈ ਕਾਫੀ ਹੀ ਸੁੱਚਾ ਹੈ, ਨਰੋਇਆ ਹੈ ਅਤੇ ਉਸਦਾ ਪ੍ਰੇਮ ਜੋ ਹੈ ਸਾਡੇ ਲਈ ਇੱਕ ਬਹੁਤ ਹੀ ਲੰਬੇ ਸਮੇਂ ਵਾਲਾ ਪ੍ਰੇਮ ਹੈ। ਪ੍ਰਭੂ ਸਾਨੂੰ ਸਦਾ ਤੱਕ ਪ੍ਰੇਮ ਕਰਦਾ ਹੈ। ਉਹਦਾ ਪ੍ਰੇਮ ਕਦੀ ਡੋਲਦਾ ਨਹੀਂ ਹੈ। ਸਾਡਾ ਪ੍ਰੇਮ ਕਦੀ ਕਦੀ ਉਹਦੇ ਲਈ ਡੋਲ ਜਾਂਦਾ ਹੈ, ਸਾਨੂੰ ਘਬਰਾਹਟ ਆ ਜਾਂਦੀ ਹੈ, ਅਸੀਂ ਕਈ ਵਾਰੀ ਪਾਪ 'ਚ ਫਸ ਜਾਂਦੇ ਹਾਂ ਜਾਂ ਸਾਨੂੰ ਚਿੰਤਾ ਹੋ ਜਾਂਦੀ ਹੈ, ਪਰ ਪ੍ਰਭੂ ਹਮੇਸ਼ਾ ਆਪਣੀ ਕਲੀਸਿਆ ਬਾਰੇ ਸੋਚਦਾ ਹੈ ਅਤੇ ਉਹ ਇਹ ਵੀ ਜਾਣਦਾ ਹੈ ਕਿ ਅਸੀਂ ਕਮਜ਼ੋਰ ਦਿਲ ਦੇ ਹਾਂ, ਪਰ ਪ੍ਰਭੂ ਦਾ ਦਿਲ ਕਮਜ਼ੋਰ ਨਹੀਂ ਹੈ। ਨਾ ਤਾਂ ਸਾਡੇ ਵਿੱਚ ਕੋਈ ਗੁਣ ਸੀ ਜੋ ਕਿ ਪ੍ਰਭੂ ਯਿਸੂ ਮਸੀਹ ਨੂੰ ਪ੍ਰਭਾਵਿਤ ਕਰ ਸਕੇ ਕਿ ਉਹ ਸਾਡੇ ਲਈ ਆਪਣੀ ਜਾਨ ਦੇ ਦੇਵੇ। ਉਹਨੇ ਆਪਣੇ ਪ੍ਰੇਮ ਕਰਕੇ ਸਾਡੇ ਵਾਸਤੇ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ। ਉਸਨੇ ਆਪਣੇ ਪਿਤਾ ਦੀ ਗੱਲ ਮੰਨੀ, ਉਸਦੇ ਪਿਤਾ ਨੂੰ ਮਹਿਮਾ ਦੇਣ ਲਈ। ਅਸੀਂ ਆਪਣੀ ਜ਼ਿੰਦਗੀ 'ਚ ਪਿਤਾ ਨੂੰ ਮਹਿਮਾ ਨਹੀਂ ਦਿੱਤੀ, ਪਰਮੇਸ਼ਰ ਨੂੰ ਮਹਿਮਾ ਨਹੀਂ ਦਿੱਤੀ, ਪਰ ਯਿਸੂ ਮਸੀਹ ਪਰਮੇਸ਼ਰ ਨੂੰ ਮਹਿਮਾ ਦੇਣ ਲਈ ਅਤੇ ਸਾਨੂੰ ਬਚਾਉਣ ਲਈ ਇਸ ਦੁਨੀਆ 'ਤੇ ਆਇਆ। ਕਦੀ ਇਹ ਵੀ ਨਾ ਸੋਚੋ ਕਿ ਪ੍ਰਭੂ ਦਾ ਜੋ ਸਭ ਤੋਂ ਵੱਡਾ ਇੱਕ ਟੀਚਾ ਜਾਂ ਏਮ ਇਹ ਸੀ ਕਿ ਉਹ ਸਾਨੂੰ ਬਚਾਵੇ।
ਉਹਦਾ ਸਭ ਤੋਂ ਵੱਡਾ ਟੀਚਾ ਅਤੇ ਏਮ ਇਹ ਸੀ ਕਿ ਉਹ ਪ੍ਰਭੂ ਦੇ ਨਾਮ ਨੂੰ ਮਹਿਮਾ ਦੇਵੇ। ਅਤੇ ਪ੍ਰਭੂ ਦੇ ਨਾਮ ਨੂੰ ਸਾਡੀ ਜ਼ਿੰਦਗੀ 'ਚ ਉਦੋਂ ਮਹਿਮਾ ਮਿਲੀ ਜਦੋਂ ਅਸੀਂ ਬਚਾਏ ਗਏ ਅਤੇ ਅਸੀਂ ਪ੍ਰਭੂ ਨੂੰ ਜਾਣ ਲਿਆ। ਇਸ ਤਰ੍ਹਾਂ ਪ੍ਰਭੂ ਨੂੰ ਮਹਿਮਾ ਮਿਲੀ ਅਤੇ ਅਸੀਂ ਬਚਾਏ ਗਏ। ਪ੍ਰਭੂ ਯਿਸੂ ਮਸੀਹ ਸਾਡੇ ਉੱਤੇ ਕਿਰਪਾ ਕਰਦਾ ਹੈ। ਉਹ ਦਿਆਲੂ ਹੈ ਅਤੇ ਉਹ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ। ਜਦੋਂ ਅਸੀਂ ਤੌਬਾ ਕਰਦੇ ਹਾਂ ਉਹ ਸਾਨੂੰ ਸਾਫ਼ ਕਰਦਾ ਹੈ। ਉਹ ਸਾਡੇ ਜੋ ਇੱਕ ਹੁੰਦਾ ਨਹੀਂ ਹੈ, ਜਦੋਂ ਸਾਡੀ ਅੰਤਰਾਤਮਾ ਜਦੋਂ ਖਰਾਬ ਹੋ ਜਾਂਦੀ ਹੈ, ਜਦੋਂ ਅਸੀਂ ਪਾਪ 'ਚ ਫਸੇ ਹੁੰਦੇ ਹਾਂ ਜਾਂ ਸਾਨੂੰ ਲੱਗਦਾ ਸੀ ਅਸੀਂ ਪਾਪਾਂ 'ਚ ਹੀ ਫਸੇ ਰਹਾਂਗੇ, ਜਦੋਂ ਸਾਨੂੰ ਮਾਫ਼ੀ ਮਿਲੀ, ਸਾਡੀ ਅੰਤਰਾਤਮਾ ਨੂੰ ਵੀ ਉਸਨੇ ਸ਼ਾਂਤੀ ਦੇ ਦਿੱਤੀ। ਸਾਡੀ ਜ਼ਿੰਦਗੀ 'ਚ ਤਾਜ਼ਗੀ ਅਤੇ ਸ਼ਾਂਤੀ ਆ ਗਈ। ਅਤੇ ਕਿੰਨੀ ਮਹਾਨ ਗੱਲ ਹੈ ਪ੍ਰਭੂ ਯਿਸੂ ਮਸੀਹ ਦੀ ਸਾਡੀ ਜ਼ਿੰਦਗੀਆਂ ਵਾਸਤੇ। ਪ੍ਰਭੂ ਯਿਸੂ ਮਸੀਹ ਦੇ ਕਰਕੇ ਸਾਨੂੰ ਮਾਫ਼ੀ ਮਿਲੀ ਹੈ ਅਤੇ ਇੱਕ ਸ਼ਾਂਤੀ ਮਿਲੀ ਹੈ ਅਤੇ ਇੱਕ ਚੰਗੀ ਖੁਸ਼ੀ ਸਾਡੀ ਜ਼ਿੰਦਗੀ 'ਚ ਆ ਗਈ। ਅਤੇ ਜੋ ਇੱਕ ਸ਼ੈਤਾਨ ਹੁੰਦਾ ਹੈ, ਅਸੀਂ ਪੜ੍ਹਾਂਗੇ ਅਫਸੀਆਂ ਦੇ ਖੱਤ ਉਹਦਾ 6 ਅਧਿਆਏ ਵਿੱਚ ਥੋੜ੍ਹੇ ਹਫ਼ਤਿਆਂ ਤੱਕ, ਕਿ ਕਿਵੇਂ ਸ਼ੈਤਾਨ ਸਾਡੀ ਖੁਸ਼ੀ ਨੂੰ ਖੋਹਣਾ ਚਾਹੁੰਦਾ ਹੈ। ਉਹ ਸਾਡੀ ਖੁਸ਼ੀ ਨੂੰ ਤਬਾਹ ਕਰਨਾ ਚਾਹੁੰਦਾ ਹੈ। ਪਰ ਜੇ ਅਸੀਂ ਪ੍ਰਭੂ ਦੀ ਖੁਸ਼ੀ ਦੇ ਵਿੱਚ ਚੱਲਦੇ ਰਹੀਏ ਅਤੇ ਸਾਡੀ ਜ਼ਿੰਦਗੀ 'ਚ ਖੁਸ਼ੀ ਰਹੇ, ਅਸੀਂ ਤਗੜੇ ਰਹਿੰਦੇ ਹਾਂ ਵਿਸ਼ਵਾਸ ਦੇ ਵਿੱਚ। ਪਰ ਜਦੋਂ ਸਾਡੇ ਦਿਲਾਂ 'ਚ ਖੁਸ਼ੀ ਚਲੇ ਗਈ ਅਤੇ ਦੁੱਖ ਆ ਗਿਆ ਜਾਂ ਚਿੰਤਾਵਾਂ ਆ ਗਈਆਂ, ਉਦੋਂ ਅਸੀਂ ਕਿਤੇ ਨਾ ਕਿਤੇ ਪ੍ਰਭੂ ਨੂੰ ਭੁੱਲ ਜਾਂਦੇ ਹਾਂ ਅਤੇ ਸਾਡੀ ਜ਼ਿੰਦਗੀਆਂ ਦੇ ਵਿੱਚ ਸ਼ਾਂਤੀ ਚਲੀ ਜਾਂਦੀ ਹੈ। ਇਸ ਕਰਕੇ ਆਪਣੀ ਖੁਸ਼ੀ ਦੇ ਲਈ, ਮਸੀਹੀ ਖੁਸ਼ੀ ਲਈ ਲੜਦੇ ਰਹੋ। ਲੜਨਾ ਕਿੱਦਾਂ ਹੈ? ਵਚਨ ਪੜ੍ਹਦੇ ਰਹੋ, ਵਚਨ ਉੱਤੇ ਧਿਆਨ ਕਰਦੇ ਰਹੋ, ਕਲੀਸਿਆ ਦੇ ਲੋਕਾਂ ਨਾਲ ਸੰਗਤ ਰੱਖੋ, ਪ੍ਰਭੂ ਦੇ ਨਾਲ ਹਮੇਸ਼ਾ ਜੋੜ ਕੇ ਪ੍ਰਾਰਥਨਾ ਕਰੋ, ਆਪਣਾ ਟਾਈਮ ਡਿਵੋਟ ਕਰੋ, ਪ੍ਰਭੂ ਨੂੰ ਦੇਵੋ। ਕਿਉਂਕਿ ਜਿੰਨਾ ਅਸੀਂ ਇਹ ਕੰਮ ਕਰਾਂਗੇ ਉਨੀ ਸ਼ਾਂਤੀ ਜ਼ਿੰਦਗੀ ਦੇ ਵਿੱਚ ਬਣੀ ਰਹੇਗੀ। ਅਤੇ ਪ੍ਰਭੂ ਯਿਸੂ ਮਸੀਹ ਜੋ ਹੈ ਉਹ ਕਲੀਸਿਆ ਨੂੰ ਨਾ ਤਾਂ ਕਿ ਸਿਰਫ ਮਾਫ਼ੀ ਅਤੇ ਖੁਸ਼ੀ ਦਿੰਦਾ ਹੈ, ਪਰ ਉਹ ਸਾਨੂੰ ਸਾਫ਼ ਕਰਦਾ ਹੈ ਅਤੇ ਪਵਿੱਤਰ ਬਣਾ ਕੇ ਰੱਖਦਾ ਹੈ। ਅਸੀਂ यूहन्ना ਦੇ ਇੰਜੀਲ ਉਸਦਾ 17 ਅਧਿਆਏ ਅਤੇ 17 'ਚ ਪੜ੍ਹਦੇ ਹਾਂ। ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਇਹਨਾਂ ਨੂੰ ਪਵਿੱਤਰ ਬਣਾ ਆਪਣੇ ਸੱਚ ਨਾਲ। ਤੇਰਾ ਸੱਚ ਹੀ, ਤੇਰਾ ਵਚਨ ਹੀ ਤੇਰਾ ਸੱਚ ਹੈ। ਜੋ ਕਿ ਬਾਈਬਲ ਹੈ ਉਹ ਪ੍ਰਭੂ ਦਾ ਸੱਚ ਹੈ। ਅਤੇ ਬਿਨਾਂ ਬਾਈਬਲ ਤੋਂ, ਬਿਨਾਂ ਪ੍ਰਭੂ ਦੀ ਵਿਵਸਥਾ ਤੋਂ ਅਸੀਂ ਕਿਵੇਂ ਪਵਿੱਤਰ ਬਣ ਸਕਦੇ ਹਾਂ? ਜੇ ਅਸੀਂ ਪ੍ਰਭੂ ਨੂੰ ਜਾਣਨਾ ਚਾਹੁੰਦੇ ਹਾਂ, ਸਾਨੂੰ ਬਾਈਬਲ ਖੋਲ੍ਹਣ ਦੀ ਲੋੜ ਹੈ, ਸਾਨੂੰ ਬਾਈਬਲ ਪੜ੍ਹਨ ਦੀ ਲੋੜ ਹੈ ਅਤੇ ਸਮਝਣ ਦੀ ਲੋੜ ਹੈ। ਕਈ ਲੋਕ ਬਾਈਬਲ ਪੜ੍ਹਦੇ ਤਾਂ ਜ਼ਰੂਰ ਹਨ ਪਰ ਸਮਝਦੇ ਨਹੀਂ ਹਨ। ਬਾਈਬਲ ਪੜ੍ਹਦੇ ਹਨ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਅੱਜ ਦਾ ਇਹ ਮਤਲਬ ਹੈ। ਪਰ ਜਦੋਂ ਤੁਸੀਂ ਡੂੰਘਾਈ 'ਚ ਉਸਦੀ ਸਟੱਡੀ ਕਰਦੇ ਹੋ, ਬਹਿ ਕੇ ਮਸੀਹ ਲੋਕਾਂ ਨਾਲ ਜਿਹਨਾਂ ਨੂੰ ਚੰਗੀ ਨੌਲੇਜ ਹੈ ਉਹਨਾਂ ਤੋਂ ਸਿੱਖਦੇ ਹੋ, ਅਤੇ ਤੁਹਾਨੂੰ ਪਤਾ ਲੱਗਦਾ ਕਿ ਇਹ ਆਇਤ ਦਾ ਮਤਲਬ ਇਹ ਹੈ। ਅਤੇ ਅੱਜ ਕੱਲ੍ਹ ਕਿੰਨੀਆਂ ਆਇਤਾਂ ਹਨ ਜਿਨ੍ਹਾਂ ਨੂੰ ਲੋਕਾਂ ਨੇ ਗਲਤ ਮੀਨਿੰਗ ਦੇ ਦਿੱਤੇ ਹਨ। ਹੁਣ ਇੱਕ ਮੈਂ ਗੱਲ ਸੋਚਦਾ ਹੁੰਦਾ ਹਾਂ ਬਹਿ ਕੇ, ਉਹ ਇਹ ਹੈ ਕਿ ਕਈ ਲੋਕ ਜਦੋਂ ਪ੍ਰਾਰਥਨਾ ਕਰਦੇ ਹਨ ਖਾਣੇ ਵਾਸਤੇ, ਚੰਗੀ ਗੱਲ ਹੈ, ਖਾਣੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਪ੍ਰਭੂ ਦੇ ਕੋਲ ਆ ਕੇ, ਪਰ ਉਹ ਫਿਰ ਪ੍ਰਾਰਥਨਾ ਕਰਦੇ ਹਨ ਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ ਖੂਨ ਖਾਣੇ 'ਚ ਮਿਲਾ ਦਿੱਤਾ ਅਤੇ ਪ੍ਰਭੂ ਸਾਡੇ ਖਾਣੇ ਨੂੰ ਬਰਕਤ ਦੇ, ਸਾਨੂੰ ਚੰਗੀ ਸਿਹਤ ਦੇ। ਹੁਣ ਇੱਦਾਂ ਦੀ ਪ੍ਰਾਰਥਨਾ ਕਿੱਥੇ ਲਿਖੀ ਹੋਈ ਹੈ ਬਾਈਬਲ ਦੇ ਵਿੱਚ? ਕਿਤੇ ਵੀ ਨਹੀਂ ਲਿਖੀ ਹੋਈ। ਪ੍ਰਭੂ ਯਿਸੂ ਮਸੀਹ ਨੇ ਆਪਣਾ ਖੂਨ ਇੱਕ ਵਾਰ ਬਹਾ ਦਿੱਤਾ, ਉਹ ਸਲੀਬ ਉੱਤੇ, ਅਤੇ ਉਹ ਹੁਣ ਸਲੀਬ ਵੀ ਨਹੀਂ ਹੈ ਇਸ ਦੁਨੀਆ ਦੇ ਵਿੱਚ। ਕਿਸੇ ਨੂੰ ਪਤਾ ਹੈ ਉਹ ਸਲੀਬ ਕਿੱਥੇ ਹਨ? ਸ਼ਾਇਦ ਕਿਸੇ ਨੇ ਜਾਲ ਦਿੱਤੀ ਹੋਵੇਗੀ ਜਿਹਦੇ ਉੱਤੇ ਖੂਨ ਡੋਲਿਆ। ਅਤੇ ਫਿਰ ਅਸੀਂ ਪ੍ਰਭੂ ਦਾ ਖੂਨ ਆਪਣੇ ਖਾਣੇ 'ਚ ਕਿਵੇਂ ਮਿਲਾ ਸਕਦੇ ਹਾਂ? ਪੁਆਇੰਟ ਇਹ ਹੈ ਕਿ ਸੋਚੋ, ਗੱਲ ਨੂੰ ਸਮਝੋ ਕਿ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ। ਲੋਕ ਕਈ ਗੱਲਾਂ ਬਣਾ ਲੈਂਦੇ ਹਨ ਅਤੇ ਉਹਨੂੰ ਲੱਗਦਾ ਹੈ ਕਿ ਹਾਂ ਇਹ ਗੱਲ ਸੁਣਨ ਨੂੰ ਚੰਗੀ ਲੱਗਦੀ ਹੈ ਅਤੇ ਇਹ ਗੱਲ ਸਹੀ ਹੋਵੇਗੀ। ਜ਼ਰੂਰੀ ਨਹੀਂ ਹੈ ਕਿ ਜੇ ਗੱਲ ਸੁਣਨ ਨੂੰ ਚੰਗੀ ਲੱਗੇ ਤਾਂ ਚੰਗੀ ਹੋਵੇਗੀ। ਇਸ ਕਰਕੇ ਸੋਚਣਾ ਬਹੁਤ ਜ਼ਰੂਰੀ ਹੈ। ਅਤੇ ਪ੍ਰਭੂ ਕਹਿੰਦਾ ਹੈ ਕਿ ਜਿਹੜੇ ਲੋਕ ਪ੍ਰਭੂ ਦੇ ਨਾਲ ਬਹਿੰਦੇ ਹਨ, ਪ੍ਰਭੂ ਦੇ ਵਚਨ ਦੀ ਡੂੰਘਾਈ 'ਚ ਜਾਂਦੇ ਹਨ, ਉਹਨਾਂ ਨੂੰ ਕੀ ਸਮਝ ਅਤੇ ਅਕਲ ਮਿਲਦੀ ਹੈ, ਉਹਨਾਂ ਨੂੰ ਸਮਝਦਾਰੀ ਮਿਲਦੀ ਹੈ। ਅਤੇ ਅਸੀਂ ਇਹੀ ਕਹਿੰਦੇ ਹਾਂ, ਜ਼ਬੂਰਾਂ 'ਚ ਕਿੰਨੀ ਵਾਰੀ ਅਸੀਂ ਪੜ੍ਹਦੇ ਹਾਂ, ਦਾਊਦ ਕਹਿੰਦਾ ਹੈ ਕਿ ਹੇ ਪ੍ਰਭੂ ਮੈਨੂੰ ਸਿਆਣਪ ਵਾਲਾ ਦਿਲ ਦੇ। ਸਿਆਣਪ ਹੋਣੀ ਬਹੁਤ ਜ਼ਰੂਰੀ ਹੈ। ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਜ਼ਰੀਏ ਸਾਡੇ ਪਾਪਾਂ ਦਾ ਨਿਸਤਾਰਾ ਹੋ ਗਿਆ, ਸਾਡੇ ਪਾਪ ਧੁਲ ਗਏ। ਹੁਣ
ਅਸੀਂ ਸਾਫ਼ ਹਾਂ ਅਤੇ ਅਸੀਂ ਸਾਫ਼ ਕੀਤੇ ਜਾਂਦੇ ਹਾਂ ਪ੍ਰਭੂ ਦੇ ਵਚਨ ਦੇ ਦੁਆਰਾ। ਉਹ ਸਾਨੂੰ ਆਪਣੇ ਵਚਨ ਨਾਲ ਧੋਂਦਾ ਹੈ। ਜਿਸੇ ਤਰ੍ਹਾਂ ਇੱਕ ਪਤੀ ਦਾ ਫਰਜ਼ ਹੈ ਕਿ ਆਪਣੇ ਪਤਨੀਆਂ ਨੂੰ, ਆਪਣੇ ਬੱਚਿਆਂ ਨੂੰ ਪ੍ਰਭੂ ਦੇ ਵਚਨ ਦੇ ਨਾਲ ਧੋਵੇ, ਉਵੇਂ ਹੀ ਪ੍ਰਭੂ ਯਿਸੂ ਮਸੀਹ ਆਪਣੀ ਕਲੀਸਿਆ ਨੂੰ ਪਵਿੱਤਰ ਵਚਨ ਦੇ ਦੁਆਰਾ ਧੋਂਦਾ ਹੈ ਅਤੇ ਸਾਫ਼ ਕਰਦਾ ਹੈ। ਅਤੇ ਇਹ ਜੋ ਹੈ ਪ੍ਰਭੂ ਦਾ ਪ੍ਰੇਮ ਹੈ, ਉਹ ਸਾਨੂੰ ਪਾਕ ਰੱਖਦਾ ਹੈ, ਉਹ ਸਾਨੂੰ ਸਾਫ਼ ਰੱਖਦਾ ਹੈ, ਉਹ ਸਾਨੂੰ ਚੰਗੇ ਰਾਹਾਂ ਵੱਲ ਲੈ ਕੇ ਜਾਂਦਾ ਹੈ। ਅਤੇ ਜਿਹੜਾ ਭੀੜਾ ਰਾਹ ਹੈ, ਪ੍ਰਭੂ ਯਿਸੂ ਮਸੀਹ ਸਾਨੂੰ ਇਹਨਾਂ ਵਿੱਚ ਆਪਣੇ ਨਾਲ ਰੱਖਦਾ ਹੈ। ਅਤੇ ਅੱਜ ਅਸੀਂ ਗੱਲ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੀ ਅਤੇ ਪ੍ਰਭੂ ਦੀ ਕਲੀਸਿਆ ਬਾਰੇ। ਪੌਲੁਸ ਕਹਿੰਦਾ ਹੈ 33 ਅਧਿਆਇ ਵਿੱਚ, ਇਸੇ ਖੱਤ ਦੇ 5 ਅਧਿਆਇ ਅਤੇ 33 ਅਧਿਆਇ ਵਿੱਚ ਉਹ ਕਹਿੰਦਾ ਹੈ, ਪਰ ਇਹ ਤੁਹਾਡੇ ਵਿੱਚੋਂ ਹਰ ਇੱਕ ਉਹ 'ਤੇ ਲਾਗੂ ਹੁੰਦਾ ਹੈ। ਤੁਹਾਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ, ਅਤੇ ਇੱਕ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ। ਅਤੇ ਫਿਰ ਉਹ ਕਹਿੰਦਾ ਹੈ ਕਿ ਇਹ ਜੋ ਗੁਪਤ ਸੱਚ ਬਹੁਤ ਮਹੱਤਵਪੂਰਨ ਹੈ। 32 ਆਇਤ ਵਿੱਚ ਉਹ ਕਹਿੰਦਾ ਹੈ ਕਿ ਇਹ ਜਿਹੜਾ ਗੁਪਤ ਸੱਚ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ। ਮੈਂ ਮਸੀਹ ਅਤੇ ਕਲੀਸਿਆ ਬਾਰੇ ਗੱਲ ਕਰ ਰਿਹਾ ਹਾਂ। ਹਾਲਾਂਕਿ ਉਹ ਪਹਿਲਾਂ ਗੱਲ ਕਰਦਾ ਹੈ ਆਪਣੇ ਜੋ ਹਸਬੈਂਡ ਹਨ ਜਾਂ ਵਾਈਵਜ਼ ਨੇ। ਪੌਲੁਸ ਕਹਿੰਦਾ ਹੈ ਕਿ ਆਪਣੇ ਨਾਲ ਇੱਕ ਦੂਜੇ ਨਾਲ ਸਮਝਦਾਰੀ ਦੇ ਨਾਲ ਵਰਤੋ, ਪਰ ਉਹ ਕਹਿੰਦਾ ਹੈ ਕਿ ਤੁਹਾਡੀ ਐਗਜ਼ਾਮਪਲ ਕੀ ਹੈ ਮੈਰਿਜ ਦੇ ਵਿੱਚ। ਇੱਕ ਉਦਾਹਰਨ ਕੀ ਹੈ ਕਿ ਅਸੀਂ ਕਿਵੇਂ ਆਪਣੀ ਮੈਰਿਜ ਨੂੰ ਸਹੀ ਰੱਖੀਏ। ਉਹ ਕਹਿੰਦਾ ਹੈ ਕਿ ਜਿਵੇਂ ਮਸੀਹ ਨੇ ਕਲੀਸਿਆ ਨਾਲ ਪ੍ਰੇਮ ਕੀਤਾ, ਅਤੇ ਜਿਵੇਂ ਕਲੀਸਿਆ ਹੁਣ ਮਸੀਹ ਨਾਲ ਜੁੜੀ ਹੋਈ ਹੈ। ਅਤੇ ਇੱਕ ਬਹੁਤ ਮਹੱਤਵਪੂਰਨ ਰਹੱਸ ਹੈ ਜੋ ਕਿ ਪ੍ਰਭੂ ਨੇ ਉਜਾਗਰ ਕਰ ਦਿੱਤਾ। ਹੁਣ ਇਹ ਜਿਹੜਾ ਸੱਚ ਹੈ ਇਹ ਗੁਪਤ ਨਹੀਂ ਹੈ, ਇਹ ਉਜਾਗਰ ਹੋ ਗਿਆ, ਅਤੇ ਇਹ ਸੱਚ ਦੇ ਬਾਰੇ ਦੁਨੀਆ ਨੂੰ ਨਹੀਂ ਪਤਾ। ਅਤੇ ਸਾਡਾ ਫਰਜ਼ ਹੈ ਕਿ ਸਾਨੂੰ ਦੁਨੀਆ ਨੂੰ ਦੱਸਣਾ ਚਾਹੀਦਾ ਹੈ ਕਿ ਯਿਸੂ ਮਸੀਹ ਕੌਣ ਹੈ, ਅਤੇ ਅਸੀਂ ਕਿਵੇਂ ਬਚਾਏ ਜਾਂਦੇ ਹਾਂ, ਅਤੇ ਅਸੀਂ ਕਿਵੇਂ ਹੁਣ ਸਵਰਗ ਦੇ ਰਾਜ ਦੇ ਅਧਿਕਾਰੀ ਹਾਂ, ਅਤੇ ਅਸੀਂ ਕਿਵੇਂ ਸਵਰਗ ਜਾਂਦੇ ਹਾਂ ਪ੍ਰਭੂ ਦੇ ਨਾਲ ਜੁੜ ਕੇ। ਅਤੇ ਗੱਲ ਕਰਦੇ ਹਾਂ ਕਿ ਜੇ ਅਸੀਂ ਵਾਕਈ ਮਸੀਹ ਹਾਂ ਚੰਗੇ, ਜਿਨ੍ਹਾਂ ਨੂੰ ਚੰਗੀ ਸਮਝ ਹੈ, ਬੋਰਨ ਅਗੇਨ, ਬਚਾਏ ਹੋਏ, ਅਤੇ ਅਸੀਂ ਪ੍ਰਭੂ ਦੇ ਨਾਲ ਚੱਲਦੇ ਰਹੀਏ, ਅਤੇ ਅਸੀਂ ਪ੍ਰਭੂ ਨੂੰ ਆਪਣੀ ਜ਼ਿੰਦਗੀ 'ਚ ਪ੍ਰਾਇਓਰਟੀ ਦਈਏ, ਪ੍ਰਭੂ ਦੇ ਨਾਮ ਨੂੰ ਪਹਿਲਾਂ ਹੀ ਰੱਖੀਏ, ਅਤੇ ਪ੍ਰਭੂ ਦੀਆਂ ਗੱਲਾਂ ਨੂੰ ਸੁਣ ਕੇ ਪ੍ਰਭੂ ਦੇ ਉੱਤੇ ਚੱਲੀਏ। ਆਪਣੀ ਸਮਝ ਦੇ ਦੁਆਰਾ ਨਾ ਚੱਲੀਏ, ਬਲਕਿ ਪ੍ਰਭੂ ਦੇ ਸਮਝਦਾਰੀ ਦੇ ਵਿੱਚ ਹੋ ਕੇ ਚੱਲੀਏ, ਅਤੇ ਆਪਣੇ ਆਪ ਨੂੰ ਪ੍ਰਭੂ ਦੇ ਹਵਾਲੇ ਕਰ ਦਈਏ, ਅਤੇ ਜਾਣੀਏ ਕਿ ਸਭ ਕੁਝ ਪ੍ਰਭੂ ਦੇ ਹੱਥ ਵਿੱਚ ਹੈ। ਅਸੀਂ ਸਭ ਪ੍ਰਭੂ ਦੇ ਹੱਥਾਂ ਵਿੱਚ ਹਨ। ਇਸ ਕਰਕੇ ਨਾ ਤਾਂ ਸਾਨੂੰ ਘਬਰਾਉਣ ਦੀ ਲੋੜ ਹੈ ਅਤੇ ਨਾ ਹੀ ਸਾਨੂੰ ਡਰਨ ਦੀ ਲੋੜ ਹੈ। ਪ੍ਰਭੂ ਹਰੇਕ ਲੋਕ ਲਈ ਉਹ ਸਾਰੀਆਂ ਚੀਜ਼ਾਂ ਮੁਹੱਈਆ ਕਰਾਉਂਦਾ ਹੈ ਜੋ ਸਾਨੂੰ ਚਾਹੀਦੀਆਂ ਹਨ, ਜਿਨ੍ਹਾਂ ਦੀ ਸਾਨੂੰ ਲੋੜ ਹੁੰਦੀ ਹੈ, ਅਤੇ ਪ੍ਰਭੂ ਦੇਖਦਾ ਹੈ ਅਤੇ ਉਹ ਸਾਰੀਆਂ ਚੀਜ਼ਾਂ ਮੁਹੱਈਆ ਕਰਾਉਂਦਾ ਹੈ। ਇਸ ਲਈ ਅਸੀਂ ਪ੍ਰਭੂ ਦੇ ਨਾਲ ਚੱਲਦੇ ਰਹੀਏ, ਅਤੇ ਯਾਦ ਰੱਖੀਏ ਕਿ ਇੱਕ ਦਿਨ ਇੱਦਾਂ ਦਾ ਆ ਰਿਹਾ ਹੈ ਜਦੋਂ ਕਿ ਪ੍ਰਭੂ ਯਿਸੂ ਮਸੀਹ ਵਾਪਸ ਆਉਂਦਾ ਹੈ, ਅਤੇ ਉਹ ਆਪਣੀ ਕਲੀਸਿਆ ਨੂੰ ਆਪਣੇ ਉਹ ਨਾਲ ਲੈ ਜਾਵੇਗਾ। ਅਤੇ ਅਸੀਂ ਪੜ੍ਹਦੇ ਹਾਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਵੀ ਕਿ ਕਿਵੇਂ ਇੱਕ ਕਲੀਸਿਆ ਇੱਕ ਦੁਲਹਨ ਦੇ ਵਾਂਗੂ ਨਿਖਰ ਕੇ ਆਵੇਗੀ, ਅਤੇ ਇੱਕ ਬਹੁਤ ਹੀ ਵੱਡਾ ਇੱਕ ਵਿਆਹ ਦਾ ਸੈਲੀਬ੍ਰੇਸ਼ਨ ਹੋਵੇਗਾ, ਜੋ ਕਿ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਜੋ ਕਲੀਸਿਆ ਹੈ ਉਹ ਪ੍ਰਭੂ ਦੇ ਨਾਲ ਹਮੇਸ਼ਾ ਤੱਕ ਰਹੇਗੀ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਕਲੀਸਿਆ ਦਾ ਇੱਕ ਹਿੱਸਾ ਬਣੋ, ਪ੍ਰਭੂ ਦੇ ਨਾਲ ਜੁੜੋ, ਅਤੇ ਪ੍ਰਭੂ ਦੀ ਖੁਸ਼ੀ ਨੂੰ ਆਪਣੀ ਜ਼ਿੰਦਗੀ 'ਚ ਸਵੀਕਾਰ ਕਰੋ, ਜਾਂ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਰਿਸੀਵ ਕਰੋ। ਅਤੇ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ, ਅਸੀਂ ਪ੍ਰਭੂ ਦੇ ਨਾਲ ਚੱਲਦੇ ਰਹਿੰਦੇ ਹਾਂ, ਅਤੇ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਦੇ ਕਹੀਆਂ ਹੋਈਆਂ ਗੱਲਾਂ ਉੱਤੇ ਚੱਲੀਏ। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਇਸ ਵਚਨ ਦੇ ਦੁਆਰਾ ਬਰਕਤ ਦੇਵੇ। ਆਮੀਨ।